द प्रोविजन ऑफ ਰਾਈਟ ਟੂ ਫਰੀडम ਆਫ ਰਿਲੀਜਨ ਇਨਕਲੂਡਸ। ਇਹਦਾ ਮਤਲਬ ਹੈ ਕਿ ਜਿਹੜੇ ਆਪਣੇ ਕਨਸਟੀਟਿਊਸ਼ਨ ਦੇ ਵਿੱਚ ਆਪਾਂ ਨੂੰ ਫੰਡਾਮੈਂਟਲ ਰਾਈਟਸ ਦਿੱਤੇ ਗਏ ਨੇ, ਆਪਾਂ ਨੂੰ ਪਤਾ ਹੈ ਕਿ ਜੇਕਰ ਮੈਂ ਆਰਟੀਕਲ 25 ਦੀ ਗੱਲ ਕਰਾਂ ਤਾਂ ਉਹ ਗੱਲ ਕਰਦਾ ਹੈਗਾ ਰਾਈਟ ਟੂ ਫਰੀडम ਆਫ ਰਿਲੀਜਨ। ਤਾਂ ਉਹਦੇ ਵਿੱਚ ਕੀ ਪੁਆਇੰਟ ਆਉਂਦੇ ਨੇ, ਇਹ ਸਭ ਚੀਜ਼ ਆਪਾਂ ਡਿਸਕਸ ਕਰਾਂਗੇ। ਲੇਕਿਨ ਉਸ ਤੋਂ ਪਹਿਲਾਂ ਹੈਲੋ एवरीवन ਐਂਡ ਵੈਲਕਮ ਬੈਕ ਟੂ ਸਟੱਡੀ ਵਿਦ ਸੁਨੀਲ ਜਿੰਦਲ। ਅੱਜ ਆਪਾਂ ਇਸ ਵੀਡੀਓ ਦੇ ਵਿੱਚ ਦੇਖਾਂਗੇ ਆਪਣੀ ਔਨਗੋਇੰਗ ਸੀਰੀਜ਼ ਦਾ ਸੈਟ 4, ਜਿਹੜਾ ਕਿ ਤੁਹਾਨੂੰ ਆਉਣ ਵਾਲੇ ਨਾਇਬ ਤਹਿਸੀਲਦਾਰ ਦੇ ਐਗਜ਼ਾਮ ਵਿੱਚ ਡੈਫੀਨੇਟਲੀ ਹੈਲਪ ਕਰੇਗਾ। ਅੱਜ ਦੇ ਲੈਕਚਰ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਪੋਲਿਟੀ ਅਤੇ ਕਰੰਟ ਅਫੇਅਰ ਦੇ ਕੁਐਸਚਨ ਜਾ ਚੁੱਕੇ ਨੇ ਮੈਂ, ਅਤੇ ਆਪਾਂ ਸ਼ੁਰੂ ਕਰਦੇ ਹਾਂ। ਪਹਿਲੀ ਸਟੇਟਮੈਂਟ ਕਹਿੰਦਾ ਜੀ ਫਰੀडम ਆਫ ਪ੍ਰੋਪੇਗੇਸ਼ਨ ਆਫ ਰਿਲੀਜਨ, ਯਾਨੀ ਕਿ ਆਪਾਂ ਨੂੰ ਆਪਣੇ ਧਰਮ ਦਾ ਪ੍ਰਚਾਰ ਕਰਨ ਦੀ ਫਰੀडम ਹੈ। ਤਾਂ ਇਹ ਗੱਲ ਬਿਲਕੁਲ ਸਹੀ ਹੈ ਜੀ, ਆਪਾਂ ਨੂੰ ਆਪਣੇ ਧਰਮ ਦਾ ਪ੍ਰਚਾਰ ਕਰਨ ਦੀ ਫਰੀडम ਹੈ, ਲੇਕਿਨ ਇੱਕ ਕੰਡੀਸ਼ਨ ਹੈ। ਕੰਡੀਸ਼ਨ ਕੀ ਹੈ ਉਹ ਵੀ ਦੇਖ ਲੈਂਦੇ ਹਾਂ। ਕੰਡੀਸ਼ਨ ਕੀ ਹੈ, ਇਟ ਇਜ਼ ਏ ਸਬਜੈਕਟ ਟੂ ਪਬਲਿਕ ਆਰਡਰ, ਮੋਰੈਲਿਟੀ ਐਂਡ ਹੈਲਥ। ਦੈਟ ਮੀਨਸ ਕਿ ਆਪਾਂ ਆਪਣੇ ਧਰਮ ਦਾ ਪ੍ਰਚਾਰ ਤਾਂ ਕਰ ਸਕਦੇ ਹਾਂ, ਲੇਕਿਨ ਉਹਦੇ ਨਾਲ ਨਾ ਪਬਲਿਕ ਆਰਡਰ ਜਿਹੜਾ ਹੈ ਉਹ ਮੇਨਟੇਨ ਰਹਿਣਾ ਚਾਹੀਦਾ, ਖਰਾਬ ਨਹੀਂ ਹੋਣਾ ਚਾਹੀਦਾ। ਮਤਲਬ ਤੁਸੀਂ ਧਰਮ ਦਾ ਪ੍ਰਚਾਰ ਤਾਂ ਕਰ ਰਹੇ ਹੋ, ਇਹਦਾ ਮਤਲਬ ਆ ਨਹੀਂ ਵੀ ਤੁਸੀਂ ਜੋ ਤੁਹਾਡੇ ਦਿਲ 'ਚ ਆ ਰਿਹਾ ਤੁਸੀਂ ਕਰੀ ਜਾ ਰਹੇ ਹੋ, ਬੋਲੀ ਜਾ ਰਹੇ ਹੋ। ਮਤਲਬ ਪਬਲਿਕ ਆਰਡਰ ਜਿਹੜਾ ਹੈਗਾ, ਮੋਰੈਲਿਟੀ ਜਿਹੜੀ ਹੈ ਜਾਂ ਪਬਲਿਕ ਹੈਲਥ ਹੈ, ਉਹਦੇ ਉੱਪਰ ਕੋਈ ਫਰਕ ਨਹੀਂ ਪੈਣਾ ਚਾਹੀਦਾ। ਤਾਂ ਦੈਟ ਮੀਨਸ ਜੇ ਆਪਾਂ ਗੱਲ ਕਰੀਏ ਸਟੇਟਮੈਂਟ ਨੰਬਰ ਜਿਹੜੀ ਪਹਿਲੀ ਹੈ ਉਹਦਾ ਬਿਲਕੁਲ ਸਹੀ ਹੈ। ਦੈਟ ਮੀਨਸ ਆਪਾਂ ਕਹਿ ਸਕਦੇ ਹਾਂ ਕਿ ਜਿੱਥੇ ਜਿੱਥੇ ਇੱਕ ਨਹੀਂ ਹੈਗਾ ਉਹਨੂੰ ਆਪਾਂ ਕੱਟ ਦਿੰਦੇ ਹਾਂ, ਤਾਂ ਇੱਕ ਇੱਥੇ ਵੀ ਨਹੀਂ ਹੈਗਾ ਜੀ, ਇੱਥੇ ਵੀ ਨਹੀਂ ਹੈਗਾ ਅਤੇ ਇੱਥੇ ਵੀ ਨਹੀਂ ਹੈਗਾ। ਲੇਕਿਨ ਇਹਨੂੰ ਆਪਾਂ ਹਲੇ ਨਹੀਂ ਕੱਟ ਸਕਦੇ ਕਿਉਂਕਿ ਆਲ ਆਫ ਅਬਵ ਹੈ। ਆਲ ਆਫ ਦਾ ਅਬਵ ਦਾ ਮਤਲਬ ਹੈ ਕਿ 1 2 3 ਐਂਡ 4, ਯਾਨੀ ਕਿ ਆਪਾਂ ਆਪਸ਼ਨ ਨੰਬਰ ਬੀ ਐਂਡ ਸੀ ਦਾ ਐਲੀਮੀਨੇਟ ਕਰ ਸਕਦੇ ਹਾਂ। ਹੁਣ ਆਪਾਂ ਸੈਕਿੰਡ ਗੱਲ ਕਰਦੇ ਹਾਂ, ਰਾਈਟ ਟੂ ਵੀਅਰ ਐਂਡ ਕੈਰੀ ਕਿਰਪਾਨ ਬਾਏ ਸਿੱਖ। ਹੁਣ ਦੇਖੋ ਜੀ, ਸਿੱਖ ਧਰਮ ਵਿੱਚ ਆਪਾਂ ਨੂੰ ਪਤਾ ਹੀ ਹੈ ਜੀ ਕਿਰਪਾਨ ਜਿਹੜੀ ਹੈ ਵੀਅਰ ਕਰਦੇ ਨੇ, ਤਾਂ ਕੀ ਉਹ ਰਾਈਟ ਟੂ ਫਰੀडम ਆਫ ਰਿਲੀਜਨ ਦੇ ਅੰਡਰ ਆਉਂਦਾ ਹੈ? ਜੀ ਹਾਂ, ਬਿਲਕੁਲ ਸਹੀ ਹੈ, ਉਹ ਉਸ ਦੇ ਅੰਡਰ ਹੀ ਆਉਂਦਾ ਹੈਗਾ। ਆਹ ਦੇਖੋ, ਕੈਰਿੰਗ ਐਂਡ ਵੀਅਰਿੰਗ ਆਫ ਕਿਰਪਾਨ ਬਾਏ ਸਿੱਖ ਇਜ਼ ਡੀਮਡ ਐਜ਼ ਏ ਫਰੀडम ਟੂ ਰਾਈਟ ਆਫ ਰਿਲੀਜਨ ਬਾਏ ਦਾ ਵਰਚੂ ਆਫ ਦਾ ਐਕਸਪਲੇਨੇਸ਼ਨ ਆਫ ਆਰਟੀਕਲ ਨੰਬਰ 25। ਤਾਂ ਦੋਨੋਂ ਸਟੇਟਮੈਂਟ ਬਿਲਕੁਲ ਸਹੀ ਹੋ ਗਈ। ਹੁਣ ਥਰਡ ਗੱਲ ਕਰ ਰਿਹਾ, ਸਟੇਟਸ ਰਾਈਟ ਟੂ ਮੇਕ ਲਾਅ ਫॉर ਸੋਸ਼ਲ ਰਿਫਾਰਮ। ਆਪਾਂ ਨੂੰ ਪਤਾ ਹੈ ਕਿ ਜਿਹੜਾ ਆਰਟੀਕਲ ਨੰਬਰ 25 ਹੈ ਨਾ, ਉਹ ਆਪਾਂ ਨੂੰ ਗਰੰਟੀ ਦਿੰਦਾ ਹੈਗਾ ਕਿ ਸਟੇਟ ਇਹੋ ਜਿਹਾ ਕੋਈ ਵੀ ਰਾਈਟ, ਮਤਲਬ ਇਹੋ ਜਿਹਾ ਕੋਈ ਵੀ ਕਾਨੂੰਨ ਨਹੀਂ ਬਣਾਏਗਾ ਜਿਹਦੇ ਕਰਕੇ ਆਪਣਾ ਇਹ ਫੰਡਾਮੈਂਟਲ ਰਾਈਟ ਜਿਹੜਾ ਵੋਇਲੇਟ ਹੋਵੇ। ਲੇਕਿਨ ਸਟੇਟ ਕੀ ਕਰ ਸਕਦਾ ਹੈ, ਇਹੋ ਜਿਹੇ ਲੋਅ ਬਣਾ ਸਕਦਾ ਹੈ ਜਿਹੜੇ ਸੋਸ਼ਲ ਰਿਫਾਰਮ ਕਰਨ। ਦੈਟ ਮੀਨਸ ਆਪਣੇ ਫਰੀडम ਨੂੰ, ਯਾਨੀ ਕਿ ਜਿਹੜਾ ਆਪਣਾ ਫੰਡਾਮੈਂਟਲ ਰਾਈਟ ਹੈ ਉਹਨੂੰ ਵੋਇਲੇਟ ਨਾ ਕਰਨ। ਦੈਟ ਮੀਨਸ ਆ ਤਿੰਨੋਂ ਚੀਜ਼ਾਂ ਬਿਲਕੁਲ ਸਹੀ ਨੇ। ਨੈਕਸਟ ਗੱਲ ਕਰ ਰਿਹਾ, ਕਿਉਂਕਿ ਹਲੇ ਤੱਕ ਆਪਾਂ ਆਨਸਰ ਤੱਕ ਹਲੇ ਵੀ ਨਹੀਂ ਪਹੁੰਚੇ, ਕਿਉਂਕਿ ਆਦਾ ਐਲੀਮੀਨੇਟ ਸੀਗਾ, ਅਤੇ ਜਿਹੜੀ ਫਸਟ ਸੈਕਿੰਡ ਥਰਡ ਹੈ ਉਹ ਬਿਲਕੁਲ ਓਕੇ ਹੈ। ਦੈਟ ਮੀਨਸ ਹਲੇ ਵੀ ਫਸਟ ਐਂਡ ਲਾਸਟ ਵਾਲੀ ਦੀ ਰੇਸ ਚੱਲ ਰਹੀ ਹੈ। ਜਿਹੜਾ ਹੁਣ ਆਨਸਰ ਦੱਸੂਗਾ ਆਪਾਂ ਨੂੰ ਫੋਰਥ ਸਟੇਟਮੈਂਟ ਦੱਸੂਗੀ। ਫੋਰਥ ਸਟੇਟਮੈਂਟ ਕੀ ਕਹਿੰਦੀ ਹੈ, ਰਾਈਟ ਟੂ ਕਨਵਰਜਨ ਆਫ ਰਿਲੀਜਨ ਆਫ ਪੀਪਲ ਬਾਏ ਰਿਲੀਜੀਅਸ ਬੋਡੀ। ਦੇਖੋ ਜੀ, ਆਪਣੇ ਧਰਮ ਦਾ ਪ੍ਰਚਾਰ ਕਰਨਾ ਆਪਣਾ ਫੰਡਾਮੈਂਟਲ ਰਾਈਟ ਹੈਗਾ, ਲੇਕਿਨ ਫੰਡਾਮੈਂਟਲ ਰਾਈਟਸ ਦੇ ਅੰਦਰ ਨਾ ਪ੍ਰੋਪੇਗੇਟ ਕਰਨ ਦਾ ਮਤਲਬ ਨਾ ਪ੍ਰਚਾਰ ਕਰਨਾ ਹੀ ਹੁੰਦਾ ਹੈਗਾ, ਆਪਣੇ ਧਰਮ ਨੂੰ ਵਧਾਉਣਾ। ਵੁੱਡ ਨਾਟ ਇਨਕਲੂਡ ਰਾਈਟ ਟੂ ਕਨਵਰਟ, ਯਾਨੀ ਕਿ ਰਾਈਟ ਟੂ ਫਰੀडम ਆਫ ਰਿਲੀਜਨ ਦੇ ਵਿੱਚ ਰਾਈਟ ਟੂ ਕਨਵਰਜਨ ਨਹੀਂ ਆਉਂਦਾ ਹੈਗਾ। ਸਟੇਟ ਹੈਵ ਮੇਡ ਇਟ ਪੈਨਲ ਓਫੈਂਸ, ਯਾਨੀ ਕਿ ਸਟੇਟ ਨੇ ਇਹਨੂੰ ਓਫੈਂਸ ਮੰਨਿਆ ਗਿਆ ਹੈਗਾ ਕਿ ਕਿਸੇ ਨੂੰ ਫੋਰਸ ਜਾਂ ਫਰੋਡ ਕਰਕੇ ਤੁਸੀਂ ਧਰਮ ਬਦਲਵਾ ਨਹੀਂ ਸਕਦੇ। ਦੈਟ ਮੀਨਸ ਫੋਰਥ ਸਟੇਟਮੈਂਟ ਗਲਤ ਹੈ। ਤਾਂ ਸੈਕਿੰਡ ਐਂਡ ਥਰਡ ਤਾਂ ਆਪਣਾ ਪਹਿਲੇ ਐਲੀਮੀਨੇਟ ਸੀਗਾ, ਤਾਂ ਫੋਰਥ ਕਰਕੇ ਆ ਵੀ ਐਲੀਮੀਨੇਟ ਹੋ ਗਿਆ। ਤਾਂ ਆਪਣਾ ਆਨਸਰ ਕੀ ਆ ਜਾਊਗਾ, ਆਪਸ਼ਨ ਨੰਬਰ ਏ। ਆਈ ਹੋਪ ਤੁਹਾਨੂੰ ਆਹ ਕੁਐਸਚਨ ਸਮਝ ਆ ਗਿਆ ਹੋਊਗਾ। ਜੇ ਨਾ ਆਇਆ ਹੋਊਗਾ ਤਾਂ ਤੁਸੀਂ ਕਮੈਂਟ ਸੈਕਸ਼ਨ 'ਚ ਲਿਖ ਸਕਦੇ ਹੋ, ਮੈਂ ਅਗਲੀ ਵੀਡੀਓ 'ਚ ਦੁਬਾਰਾ ਦੱਸ ਦਾਂਗਾ। ਅਦਰਵਾਈਜ਼ ਇੱਕ ਕੰਮ ਕਰਿਓ, ਇਹ ਵੀਡੀਓ ਨੂੰ ਦੁਬਾਰਾ ਸਟਾਰਟ ਕਰਿਓ ਅਤੇ ਫਿਰ ਦੇਖਿਓ, ਤੁਹਾਨੂੰ ਡੈਫੀਨੇਟਲੀ ਸਮਝ ਆ ਜਾਏਗਾ। ਅਤੇ ਨੈਕਸਟ ਕੁਐਸਚਨ ਜਾਣ ਤੋਂ ਪਹਿਲਾਂ ਮੈਂ ਇੱਕ ਇੰਪੋਰਟੈਂਟ ਗੱਲ ਹੋਰ ਕਰਨਾ ਚਾਹਾਂਗਾ। ਹੁਣ ਹੀ ਤੁਹਾਨੂੰ ਪਤਾ ਹੈ ਕਿ 17 ਤਰੀਕ ਨੂੰ PPSC ਅਕਾਊਂਟੈਂਟ ਦਾ ਐਗਜ਼ਾਮ ਹੋਇਆ ਸੀਗਾ, ਅਤੇ ਉਹਦੇ ਨਾਲ ਨਾ ਆਪਾਂ ਨੂੰ ਕੀ ਹੈਲਪ ਮਿਲੂਗੀ ਕਿ ਆਪਣਾ ਜਿਹੜਾ PPSC ਦਾ ਨਾਇਬ ਤਹਿਸੀਲਦਾਰ ਦਾ ਐਗਜ਼ਾਮ ਹੈ ਉਹਦੇ ਵਿੱਚ ਕਿਸ ਤਰ੍ਹਾਂ ਦੇ ਲੈਵਲ ਆਉਣ ਦੀ, ਕਿਸ ਤਰ੍ਹਾਂ ਦੇ ਕੁਐਸਚਨ ਦਾ ਲੈਵਲ ਆਉਣ ਦੇ ਚਾਂਸਿਸ ਰਹਿੰਦੇ ਨੇ। ਲਾਈਕ ਰੀਜ਼ਨਿੰਗ ਤਾਂ ਆਪਾਂ ਉੱਥੋਂ ਇੱਕ ਐਸਟੀਮੇਟ ਲਾ ਸਕਦੇ ਹਾਂ, ਅਤੇ ਆਪਾਂ GK ਦਾ ਵੀ ਐਸਟੀਮੇਟ ਲਾ ਸਕਦੇ ਹਾਂ ਹਲਕਾ ਫੁਲਕਾ, ਕਿਉਂਕਿ ਰੀਜ਼ਨਿੰਗ ਦੇ ਕੁਐਸਚਨ ਜਿਹੜੇ ਨੇ ਉਹ ਆਲਮੋਸਟ ਉੱਦਾਂ ਦੇ ਹੀ ਰਹਿਣਗੇ ਜਿਹੜੇ ਇਸ ਪੇਪਰ ਦੇ ਵਿੱਚ ਆਏ ਹੋਏ ਨੇ, ਅਤੇ GK ਦਾ ਵੀ ਆਪਾਂ ਨੂੰ ਇੱਕ ਆਈਡੀਆ ਹੋ ਜਾਊਗਾ। ਤਾਂ ਇਸ ਕਰਕੇ ਤੁਸੀਂ ਆਹ ਵਾਲੀ ਵੀਡੀਓ ਜ਼ਰੂਰ ਦੇਖਿਓ ਮੇਰੀ, ਅਤੇ ਮੈਂ ਪੂਰੀ ਤਰ੍ਹਾਂ ਨਾਲ ਐਕਸਪਲੇਨ ਵੀ ਕੀਤਾ ਹੋਇਆ ਹੈਗਾ ਕਿ ਇਹ ਚੀਜ਼ ਕਿੱਧਰੋਂ ਆਈ ਹੈ ਅਤੇ ਇਹਦਾ ਆਨਸਰ ਆਇਆ ਤਾਂ ਕਿਉਂ ਆਇਆ। ਐਵੇਂ ਨਹੀਂ ਕਿ ਵਨ ਲਾਈਨਰ ਆਹ ਕੁਐਸਚਨ ਦੱਸਿਆ ਆਨਸਰ ਦੱਸਿਆ, ਇੱਦਾਂ ਦਾ ਬਿਲਕੁਲ ਵੀ ਨਹੀਂ ਕੀਤਾ ਗਿਆ। ਤਾਂ ਇਹਦਾ ਜਿਹੜਾ ਲਿੰਕ ਹੈ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਾਂਗਾ, ਅਦਰਵਾਈਜ਼ ਇੱਥੇ ਆਈ ਬਟਨ ਆਊਗਾ, ਉੱਥੇ ਜਾ ਕੇ ਡੈਫੀਨੇਟਲੀ ਦੇਖਿਓ, ਤੁਸੀਂ ਛੱਡਣੀ ਨਹੀਂ ਹੈਗੀ, ਹਲਕੇ 'ਚ ਨਾ ਲਿਓ ਚੀਜ਼। ਸੈਕਿੰਡ ਕੁਐਸਚਨ ਗੱਲ ਕਰ ਰਿਹਾ, ਡਿਊ ਟੂ ਨੈਮੋਟੋਡ ਇਨਫੈਸਟੇਸ਼ਨ ਵਿਚ ਹੈਜ਼ ਲੈਡ ਟੂ ਮਾਸ ਮੋਰਟੈਲਿਟੀ। ਮਾਸ ਮੋਰਟੈਲਿਟੀ ਦਾ ਮਤਲਬ ਕੀ ਹੈ ਕਿ
ਇੱਕ ਬਹੁਤ ਸਾਰੀ ਜਨਸੰਖਿਆ ਦਾ ਇੱਕਦਮ ਮਰ ਜਾਣਾ, ਇਕੱਠੇ ਮਰ ਜਾਣਾ। ਜੋ ਆਪਾਂ ਕਹਿੰਦੇ ਸੀ ਨਾ ਕਾਲਜ ਵਿੱਚ ਬੰਕ ਮਾਰ ਰਿਹਾ, ਮਾਸ ਬੰਕ ਮਾਰ ਰਿਹਾ, ਮਤਲਬ ਟੋਟਲ ਕਲਾਸ ਹੀ ਬੰਕ 'ਤੇ ਹੈ, ਉਵੇਂ ਹੀ ਮਾਸ ਮੋਰਟੈਲਿਟੀ, ਯਾਨੀ ਕਿ ਮੋਰਟੈਲਿਟੀ ਤਾਂ ਆਪਾਂ ਨੂੰ ਪਤਾ ਹੀ ਹੈ। ਅਤੇ ਮਾਸ ਮੋਰਟੈਲਿਟੀ ਦਾ ਮਤਲਬ ਕੀ ਹੈ ਕਿ ਬਹੁਤ ਸਾਰੀ ਜਨਸੰਖਿਆ ਦਾ ਇਕੱਠੇ ਮਰ ਜਾਣਾ। ਆਫ ਸਪੋਰਟ ਬਾਈਲਡ ਪੈਲੀਕਨਸ, ਸਪੋਰਟ ਬਾਈਲਡ ਪੈਲੀਕਨ ਕੀ ਹੈ ਜੀ, ਇੱਕ ਬਰਡ ਹੈ, ਇਹ ਵੀ ਮੈਂ ਤੁਹਾਨੂੰ ਦਿਖਾਵਾਂਗਾ, ਜਿਹਦਾ ਕਿ ਆਹ ਆਪਾਂ ਦੇਖ ਸਕਦੇ ਹਾਂ ਸਾਇੰਟੀਫਿਕ ਨੇਮ ਹੈ। ਇਹ ਰੀਸੈਂਟਲੀ ਹੈਪਨ ਇਨ ਵਿਚ ਆਫ ਦ ਫਲੋਇੰਗ ਸਟੇਟ, ਯਾਨੀ ਕਿ ਡਿਊ ਟੂ ਨੈਮੋਟੋਡ ਇਨਫੈਸਟੇਸ਼ਨ। ਨੈਮੋਟੋਡ ਦਾ ਮਤਲਬ ਹੁੰਦਾ ਇੱਕ ਨਾ ਕਾਈਂਡ ਆਫ ਰਾਊਂਡ ਵੋਰਮ ਹੁੰਦਾ ਹੈਗਾ, ਜਿਵੇਂ ਕੇਚੂਏ ਜਿਹੇ ਹੁੰਦੇ ਨੇ। ਇਨਫੈਸਟੇਸ਼ਨ ਦਾ ਮਤਲਬ ਕੀ ਹੈ ਕਿ ਉਹਨਾਂ ਦਾ ਕਿਸੇ ਥਾਂ 'ਤੇ ਅਧਿਕ ਹੋਣਾ, ਯਾਨੀ ਕਿ ਦੈਟ ਮੀਨਸ ਕਿ ਉਹਨਾਂ ਨੇ ਇਹਨਾਂ ਨੂੰ ਜ਼ਿਆਦਾ ਮਾਤਰਾ ਦੇ ਵਿੱਚ ਖਾਇਆ, ਜਿਸ ਕਰਕੇ ਇਹਨਾਂ ਨੂੰ ਕੀ ਹੋਇਆ, ਮਾਸ ਮੋਰਟੈਲਿਟੀ ਹੋ ਗਈ ਹੈ। ਤਾਂ ਕਿਹੜੇ ਸਟੇਟ ਵਿੱਚ ਹੈਪਨ ਹੋਇਆ? ਤਾਂ ਇਹ ਹੋਇਆ ਜੀ ਆਂਧਰਾ ਪ੍ਰਦੇਸ਼ ਦੇ ਅੰਦਰ, ਆਪਸ਼ਨ ਨੰਬਰ ਡੀ। ਅਤੇ ਇੱਕ ਇਹਦੀ ਖਾਸ ਗੱਲ ਕੀ ਹੈ ਕਿ ਜੇ ਵਨ ਸਪੀਸੀਜ਼ ਟੂ ਅਨਦਰ ਸਪੀਸੀਜ਼ ਨਾ ਸਪਰੈਡ ਨਹੀਂ ਹੁੰਦਾ, ਯਾਨੀ ਕਿ ਨਾ ਤਾਂ ਹਿਊਮਨਸ ਦੇ ਵਿੱਚ ਆ ਸਕਦਾ, ਹੁਣ ਜੇ ਪਕਸ਼ੀ ਦੇ ਵਿੱਚ ਆ ਤਾਂ ਕਿਸੇ ਦੂਜੇ ਸਪੀਸੀਜ਼ ਦੇ ਵਿੱਚ ਨਹੀਂ ਜਾ ਸਕਦਾ, ਐਨੀਮਲਸ ਵਿੱਚ ਨਹੀਂ ਜਾ ਸਕਦਾ ਹੈਗਾ, ਤਾਂ ਇੱਕ ਸਪੀਸੀਜ਼ ਦੇ ਅੰਡਰ ਹੀ ਰਹਿ ਜਾਂਦਾ ਹੈ। ਕਿਉਂਕਿ ਇਹ ਆਇਆ ਕਿਉਂ, ਦੈਟ ਮੀਨਸ ਇਹ ਇੱਦਾਂ ਦੀਆਂ ਚੀਜ਼ਾਂ ਕੁਛ ਖਾਂਦੇ ਹੋਣੇ ਜੀ, ਓਬਵੀਅਸਲੀ ਗੱਲ ਹੈ। ਸਿੰਸ ਸਪੋਰਟ ਬਾਈਲਡ ਪੈਲੀਕਨਸ ਆਰ ਕੈਪੇਬਲ ਆਫ ਹੰਟਿੰਗ ਹਿਊਜ ਫਿਸ਼ ਫਰੋਮ ਵਾਟਰ ਬੋਡੀਜ਼, ਯਾਨੀ ਕਿ ਇਹ ਵੱਡੀ ਵੱਡੀ ਮੱਛੀਆਂ ਨੂੰ ਵੀ ਖਾਂਦੇ ਨੇ। ਤਾਂ ਫਿਰ ਜੇ ਹੁਣ ਮੈਂ ਗੱਲ ਕਰਾਂ ਨੈਮੋਟੋਡ ਦੀ, ਇਹ ਤੁਸੀਂ ਦੇਖ ਰਹੇ ਹੋ ਆ ਰਿਹਾ ਇੱਦਾਂ ਦਾ ਕਛੂਆ ਤਾਂ ਮੈਂ ਗਲਤ ਵਰਡ ਯੂਜ਼ ਕਰ ਰਿਹਾ, ਇਹ ਕੇਚੂਆ ਜਿਹੜਾ ਹੁੰਦਾ ਨਾ ਇੱਦਾਂ ਦਾ ਹੁੰਦਾ। ਅਤੇ ਇਹਦੇ ਜਿਹੜਾ ਹੈਗਾ ਇਨਫੈਸਟੇਸ਼ਨ ਕਰਕੇ ਜਿਹੜੀ ਹੈ ਮਾਸ ਮੋਰਟੈਲਿਟੀ ਹੋਈ ਹੈ, ਇਹਨੂੰ ਆਪਾਂ ਸਪੋਰਟ ਬਲਾਈਂਡ ਪੈਲੀਕਨ ਕਹਿੰਦੇ ਹਾਂ। ਇਹ ਕਾਫੀ ਜ਼ਿਆਦਾ ਮਾਤਰਾ ਦੇ ਵਿੱਚ ਮਰੇ ਪਾਏ ਗਏ ਡਿਊ ਟੂ ਨੈਮੋਟੋਡ ਇਨਫੈਸਟੇਸ਼ਨ। ਕਿੱਥੇ ਹੋਇਆ ਜੀ ਇਹ? ਆਂਧਰਾ ਪ੍ਰਦੇਸ਼ ਦੇ ਅੰਦਰ। ਕਾਫੀ ਇੰਪੋਰਟੈਂਟ ਕੁਐਸਚਨ ਹੈ, ਧਿਆਨ ਰੱਖਿਓ। ਨੈਕਸਟ ਗੱਲ ਕਰ ਰਿਹਾ ਹੈ ਕੇਰਲਾ ਬਰਡ ਐਟਲਸ। ਇਹ ਵੀ ਜਿਹੜਾ ਸੀਗਾ ਜਨਵਰੀ ਦਾ ਕਰੰਟ ਅਫੇਅਰ ਹੈ, ਉਹਦੇ ਰਿਗਾਰਡਿੰਗ ਪੁੱਛਿਆ ਗਿਆ ਕਿ ਤੇ ਸਟੇਟਮੈਂਟ ਕਰੈਕਟ ਹੈ। ਪਹਿਲੀ ਗੱਲ ਕਰ ਰਿਹਾ ਇਟ ਇਜ਼ ਬੇਸਡ ਔਨ ਸਿਸਟਮੈਟਿਕ ਸਰਵੇ ਹੈਲਡ ਟਵਾਈਸ, ਯਾਨੀ ਕਿ 2 ਵਾਰ ਹੁੰਦੇ ਨੇ, ਓਵਰ 60 days ਅ ਈਅਰ, ਯਾਨੀ ਕਿ ਹਰ ਸਾਲ ਇਹ 2 ਵਾਰ ਹੁੰਦੇ ਨੇ, ਲੇਕਿਨ 60 days ਦੇ ਅੰਦਰ। 60 days ਦੇ ਅੰਦਰ ਮਤਲਬ ਕੀ ਹੈ ਕਿ 2-3 ਮਹੀਨੇ ਬਾਅਦ ਹੋ ਗਏ, ਫਿਰ 2-3 ਮਹੀਨੇ ਬਾਅਦ ਦੁਬਾਰਾ ਹੋ ਗਏ, ਡਿਊਰਿੰਗ ਵੈਟ ਐਂਡ ਡਰਾਈ ਸੀਜ਼ਨ। ਸੈਕਿੰਡ ਸਟੇਟਮੈਂਟ ਦੀ ਗੱਲ ਕਰ ਰਿਹਾ, ਅਤੇ ਫਿਰ ਗੱਲ ਕਰਦਾ ਸੈਕਿੰਡ ਸਟੇਟਮੈਂਟ ਦੇ ਵਿੱਚ ਇਟ ਵਾਜ਼ ਫਾਊਂਡ ਦੈਟ, ਜਦੋਂ ਐਟਲਸ ਤਿਆਰ ਹੋਇਆ ਪਾਇਆ ਗਿਆ ਕਿ ਜਿਹੜੀ ਸਪੀਸੀਜ਼ ਕਾਊਂਟ ਹੈ ਉਹ, ਮੈਨੂੰ ਦੱਸਿਆ ਸੀ ਨਾ ਵੀ 2 ਸੀਜ਼ਨ ਨੇ। ਇੱਕ ਮਿੰਟ, ਆਹ ਦੇਖੋ ਜੀ ਵੈਟ ਐਂਡ ਡਰਾਈ, ਇਹ ਕਹਿ ਰਿਹਾ ਹੈਗਾ ਜਿਹੜਾ ਸਪੀਸੀਜ਼ ਕਾਊਂਟ ਹੈ ਉਹ ਵੈਟ ਸੀਜ਼ਨ ਦੇ ਵਿੱਚ ਹਾਈ ਪਾਇਆ ਜਾਂਦਾ ਐਜ਼ ਕੰਪੈਰੀਜ਼ਨ ਟੂ ਡਰਾਈ ਸੀਜ਼ਨ। ਕੀ ਆ ਸਹੀ ਹੈ? ਆਪਾਂ ਹੁਣੀ ਦੇਖ ਲੈਂਦੇ ਹਾਂ ਜੀ। KB ਦਾ ਮਤਲਬ ਹੈ ਕੇਰਲਾ ਬਰਡ ਐਟਲਸ ਹੈਜ਼ ਬੀਨ ਪ੍ਰੀਪੇਅਰਡ ਬੇਸਿਕ ਔਨ ਸਿਸਟਮੈਟਿਕ ਸਰਵੇ ਹੈਲਡ ਟਵਾਈਸ। ਮਤਲਬ ਆ ਗੱਲ ਬਿਲਕੁਲ ਸਹੀ ਸੀਗੀ, ਕਿਉਂਕਿ ਜਿਹੜਾ ਵੈਟ ਸੀਜ਼ਨ ਹੈ ਉਹ ਜੁਲਾਈ ਟੂ ਸੈਪਟੈਂਬਰ ਤੱਕ ਹੁੰਦਾ, ਅਤੇ ਡਰਾਈ ਸੀਜ਼ਨ ਹੈ ਇਹ ਜਨਵਰੀ ਟੂ ਮਾਰਚ ਹੁੰਦਾ। ਚਲੋ ਆਪਾਂ ਨੂੰ ਵੈਟ ਅਤੇ ਡਰਾਈ ਦਾ ਪਤਾ ਲੱਗ ਗਿਆ। ਵੈਟ ਕਿਵੇਂ ਆਪਾਂ ਨੂੰ ਪਤਾ, ਆਪਾਂ ਯਾਦ ਵੀ ਰੱਖ ਸਕਦੇ ਹਾਂ। ਵੈਟ ਇਸ ਤਰ੍ਹਾਂ ਆਪਾਂ ਨੂੰ ਪਤਾ ਹੈ ਕਿ ਮਾਨਸੂਨ ਆਉਂਦਾ ਹੈਗਾ ਉਹ ਜੁਲਾਈ ਦੇ ਟਾਈਮ ਤੋਂ ਹੀ ਆਉਂਦਾ, ਤਾਂ ਆਪਾਂ ਵੈਟ ਸੀਜ਼ਨ ਨੂੰ ਯਾਦ ਰੱਖ ਸਕਦੇ ਹਾਂ ਕਿ ਜੁਲਾਈ ਟੂ ਸੈਪਟੈਂਬਰ ਹੁੰਦਾ ਹੈ, ਅਤੇ ਡਰਾਈ ਸੀਜ਼ਨ ਹੈ ਉਹ ਜਨਵਰੀ ਟੂ ਮਾਰਚ ਰਹੇਗਾ। ਅਤੇ ਇਸ ਐਟਲਸ ਦੇ ਵਿੱਚ ਪਾਇਆ ਗਿਆ ਹੈ ਕਿ ਜਿਹੜੀ ਸਪੀਸੀਜ਼ ਹੈ ਉਹਦਾ ਕਾਊਂਟ ਨਾ ਡਰਾਈ ਸੀਜ਼ਨ 'ਚ ਜ਼ਿਆਦਾ ਹੁੰਦਾ ਹੈਗਾ। ਕੀ ਇਹ ਸਟੇਟਮੈਂਟ ਬਿਲਕੁਲ ਸਹੀ ਕਹਿ ਰਿਹਾ? ਹਾਇਰ ਡਿਊਰਿੰਗ ਵੈਟ ਸੀਜ਼ਨ। ਇੱਥੇ ਥੋੜ੍ਹੀ ਜਿਹੀ ਗੜਬੜੀ ਕਰ ਗਿਆ। ਜੇਕਰ ਆਪਾਂ ਜੀ ਧਿਆਨ ਨਾਲ ਪੜ੍ਹੀ ਹੋਊਗੀ ਆਪਾਂ ਨੂੰ ਯਾਦ ਰਹੂਗਾ ਕਿ ਯਾਰ ਵੈਟ ਨਹੀਂ, ਇਹ ਡਰਾਈ ਸੀਜ਼ਨ ਦੇ ਵਿੱਚ ਜ਼ਿਆਦਾ ਹੁੰਦਾ। ਦੈਟ ਮੀਨਸ ਸਟੇਟਮੈਂਟ ਪਹਿਲੀ ਤਾਂ ਸਹੀ ਹੋਗੀ, ਦੂਜੀ ਹੋਗੀ ਗਲਤ। ਆਪਾਂ ਕਹਿ ਦਾਂਗੇ ਜੀ ਆਪਸ਼ਨ ਨੰਬਰ ਏ ਓਨਲੀ 1 ਇਜ਼ ਦਾ ਰਾਈਟ ਆਨਸਰ। ਅਤੇ ਇਹ ਤੋਂ ਇਲਾਵਾ ਜੇ ਮੈਂ ਹੋਰ ਫੈਕਟਸ 'ਤੇ ਗੱਲ ਕਰਾਂ, ਕਹਿ ਰਿਹਾ ਜਿਹੜੀ ਸਪੀਸੀਜ਼ ਦੀ ਰਿਚਨੈਸ ਹੈ ਉਹ ਨੌਰਥਨ ਡਿਸਟ੍ਰਿਕਟ ਦੇ ਵਿੱਚ ਜ਼ਿਆਦਾ ਰਹਿੰਦੀ ਹੈ ਕੇਰਲਾ ਦੇ, ਐਜ਼ ਕੰਪੈਰੀਜ਼ਨ ਟੂ ਸਾਊਦਰਨ ਡਿਸਟ੍ਰਿਕਟ। ਅਤੇ ਸੈਂਟਰਲ ਦੇ ਵਿੱਚ ਵੀ ਜ਼ਿਆਦਾ ਰਹਿੰਦੀ ਹੈ, ਲੇਕਿਨ ਹਾਈਅਰ ਰਹਿੰਦੀ ਹੈ ਨੌਰਥਨ ਦੇ ਵਿੱਚ, ਯਾਨੀ ਕਿ ਉੱਤਰ ਦੇ ਵਿੱਚ ਜ਼ਿਆਦਾ ਰਹਿੰਦੀ ਹੈ, ਅਤੇ ਸਾਊਥ ਦੱਖਣ ਦੇ ਵਿੱਚ ਘੱਟ ਰਹਿੰਦੀ ਹੈ। ਨੈਕਸਟ ਗੱਲ ਕਰ ਰਿਹਾ ਵਿਚ ਆਫ ਦਾ ਫੋਲੋਇੰਗ ਇਜ਼ ਕਰੈਕਟ ਅਬਾਊਟ ਬੁਰਕੀਨਾ ਫਾਸੋ। ਬੁਰਕੀਨਾ ਫਾਸੋ ਕੀ ਹੈ? ਬੇਸਿਕਲੀ ਇੱਕ ਅਫਰੀਕਨ ਕੰਟੀਨੈਂਟ ਦੇ ਵਿੱਚ ਇੱਕ ਕੰਟਰੀ ਹੈ, ਅਤੇ ਇੱਥੇ ਕੁਛ ਨਾ ਕੁਛ ਉਥਲ ਪੁਥਲ ਹੋਇਆ ਹੋਣਾ, ਤਾਂ ਹੀ ਇਹ ਨਿਊਜ਼ 'ਚ ਆਇਆ। ਆਪਾਂ ਦੇਖ ਲੈਂਦੇ ਹਾਂ ਕੀ ਹੋਇਆ ਸੀਗਾ ਅਤੇ ਕੁਐਸਚਨ ਕੀ ਕਹਿਣਾ ਚਾਹ ਰਿਹਾ। ਕੰਟਰੀ ਦਾ ਨਾਮ ਪਿਆ ਹੈਗਾ ਲੈਂਡ ਆਫ ਏ ਓਨੈਸਟ ਮੈਨ, ਜੋ ਕਿ ਬਿਲਕੁਲ ਸਹੀ ਗੱਲ ਹੈ। ਬੁਰਕੀਨਾ ਫਾਸੋ ਦਾ ਜਿਹੜਾ ਨੇਮ ਪਿਆ ਉਹਦਾ ਮਤਲਬ ਹੁੰਦਾ ਲੈਂਡ ਆਫ ਓਨੈਸਟ ਮੈਨ। ਸੈਕਿੰਡ ਗੱਲ ਕਰ ਰਿਹਾ ਇਟ ਇਜ਼ ਅ ਲੈਂਡ ਲੋਕਡ ਕੰਟਰੀ। ਲੈਂਡ ਲੋਕ ਕੰਟਰੀ ਦਾ ਮਤਲਬ ਕੀ ਹੁੰਦਾ ਹੈ ਕਿ ਇਹ ਚਾਰੋਂ ਤਰਫ ਤੋਂ ਨਾ ਲੈਂਡ ਤੋਂ ਘਿਰੀ ਹੋਈ ਹੈ, ਜਾਂ ਫਿਰ ਕਿਸੇ ਵੀ ਇਹ ਓਸ਼ੀਅਨ ਨੂੰ ਜਾਂ ਸੀ ਨੂੰ ਟੱਚ ਨਹੀਂ ਕਰਦੀ। ਹੁਣ ਉਹ ਆਪਾਂ ਦੇਖ ਲਾਂਗੇ। ਇੱਦਾਂ ਦੇ ਕੁਐਸਚਨ ਜਿਹੜੇ ਹੁੰਦੇ ਨੇ ਲੈਂਡ ਲੋਕਡ ਪੁੱਛਿਆ ਜਾਵੇ ਤਾਂ ਆਪਾਂ ਨੂੰ ਹਮੇਸ਼ਾ ਮੈਪ ਨਾਲ ਹੈਲਪ ਮਿਲੂਗੀ ਇਹਦੀ। ਪਹਿਲਾਂ ਆਪਾਂ ਦੇਖ ਲੈਂਦੇ ਹਾਂ ਵੀ ਇਹ ਨਿਊਜ਼ ਦੇ ਵਿੱਚ ਕਿਉਂ ਆਇਆ। ਤਾਂ ਇਸ ਕਰਕੇ ਆਇਆ ਕਿ ਜਿਹੜੀ ਬੁਰਕੀਨਾ ਫਾਸੋ ਦੀ ਆਰਮੀ ਹੈ ਉਹਨਾਂ ਨੇ ਇੱਕ ਤਰ੍ਹਾਂ ਦੀ ਸਰਕਾਰ ਨੂੰ ਜਿਹੜਾ ਡਿਜ਼ੋਲਵ ਕਰ ਦਿੱਤਾ ਗਿਆ ਹੈਗਾ, ਅਤੇ ਕੰਟਰੀ ਦੇ ਬੋਰਡਰ ਵੀ ਬੰਦ ਕਰਦੇ, ਯਾਨੀ ਕਿ ਜਿਹੜਾ ਕੌਨਸਟੀਟਿਊਸ਼ਨ ਆ ਉਹਨੂੰ ਸਸਪੈਂਡ ਕਰਤਾ।
ਕਿਉਂ ਕਰਤਾ? ਕਿਉਂਕਿ ਉੱਥੇ ਦੀ ਟੈਰੇਟਰੀ ਸੀ ਜਿਹੜੀ, ਉੱਥੇ ਇਸਲਾਮਿਕ ਮਿਲੀਟੈਂਟ ਕੰਟਰੋਲ ਕਰ ਰਿਹਾ ਸੀਗਾ ਉਸ ਟੈਰੇਟਰੀ ਨੂੰ, ਅਤੇ ਬਾਅਦ ਦੇ ਵਿੱਚ ਇਹਨਾਂ ਨੇ ਮਿਲੀਟਰੀ ਨੇ ਸਟਰਗਲ ਕੀਤਾ ਕਿ ਇਸ ਇੰਸਰਜੈਂਸੀ ਨੂੰ ਖਤਮ ਕੀਤਾ ਜਾਵੇ। ਇਸੇ ਕਰਕੇ ਉਹਨਾਂ ਨੇ ਜਿਹੜਾ ਸੀਗਾ ਕੌਂਸਟੀਟਿਊਸ਼ਨ ਨੂੰ ਸਸਪੈਂਡ ਕੀਤਾ ਅਤੇ ਜਿਹੜਾ ਸ਼ਾਸਨ ਸੀਗਾ ਆਪਣੇ ਹੱਥ ਵਿੱਚ ਲੈ ਲਿਆ। ਹੁਣ ਆਪਾਂ ਗੱਲ ਕਰਦੇ ਹਾਂ ਕਿ ਬੁਰਕੀਨਾ ਫਾਸੋ ਇੱਕ ਲੈਂਡ ਲੋਕ ਕੰਟਰੀ ਹੈ? ਨਹੀਂ। ਹੁਣ ਦੇਖੋ ਜੀ, ਇਹ ਅਫਰੀਕਨ ਕੰਟੀਨੈਂਟ ਦੇ ਵਿੱਚ ਜਿਹੜਾ ਆਹ ਪਾਰਟ ਹੈ ਬੁਰਕੀਨਾ ਫਾਸੋ ਹੈ, ਇਹਦੇ ਆਸ-ਪਾਸ ਤੁਸੀਂ ਕਿੱਥੇ ਵੀ ਕੋਈ ਨਦੀ ਜਾਂ ਮਤਲਬ ਓਸ਼ੀਅਨ ਜਾਂ ਸੀ ਨਹੀਂ ਦੇਖ ਪਾ ਰਹੇ। ਓਸ਼ੀਅਨ ਕਿੱਥੇ ਹੈ? ਇੱਥੇ ਐਟਲਾਂਟਿਕ ਓਸ਼ੀਅਨ। ਅਤੇ ਜੇਕਰ ਮੈਂ ਇਹਦੀ ਕੈਪੀਟਲ ਦੀ ਗੱਲ ਕਰਾਂ ਬੁਰਕੀਨਾ ਫਾਸੋ ਦੀ, ਉਹ ਹੈਗੀ ਹੈ ਜੀ ਓਗਾਡੋਗਾਊ। ਪੇਪਰ ਦੇ ਵਿੱਚ ਕਈ ਵਾਰ ਪੁੱਛ ਲੈਂਦੇ ਨੇ ਡਾਇਰੈਕਟ, ਜਿਹੜੇ ਮਤਲਬ ਕੰਟਰੀਜ਼ ਨਿਊਜ਼ ਦੇ ਵਿੱਚ ਰਹਿੰਦੇ ਨੇ, ਇੱਦਾਂ ਹੀ ਪੁੱਛਿਆ ਜਾਂਦਾ ਕਿ ਉਹਦੀ ਕੰਟਰੀ ਕਿਹੜੀ ਹੈ, ਜਾਂ ਫਿਰ ਕਈ ਵਾਰ ਪੁੱਛ ਲੈਂਦੇ ਨੇ ਉਹਦੇ ਪ੍ਰੈਜ਼ੀਡੈਂਟ ਕੌਣ ਸੀਗੇ ਵਗੈਰਾ ਵਗੈਰਾ, ਇਹ ਚੀਜ਼ਾਂ ਪੁੱਛੀ ਜਾ ਸਕਦੀਆਂ ਨੇ। ਤਾਂ ਆਪਾਂ ਮੈਪ ਦੇਖ ਕੇ ਤਾਂ ਗੱਲ ਕਲੀਅਰ ਕਰ ਸਕਦੇ ਹਾਂ ਕਿ ਇਹ ਲੈਂਡ ਲੋਕ ਕੰਟਰੀ ਹੈਗੀ ਹੈ, ਯਾਨੀ ਕਿ ਸਟੇਟਮੈਂਟ ਪਹਿਲੀ ਵੀ ਠੀਕ ਹੈ ਅਤੇ ਦੂਜੀ ਵੀ ਠੀਕ ਹੈ। ਅਤੇ ਇਹਦੇ ਪ੍ਰੈਜ਼ੀਡੈਂਟ ਕੌਣ ਸੀਗੇ ਜੀ? ਰੋਜ਼ ਕੈਬੋਰ, ਜਿਨ੍ਹਾਂ ਨੂੰ ਕੀ ਕੀਤਾ? ਆਊਸਟ ਕੀਤਾ ਗਿਆ ਅਤੇ ਸਸਪੈਂਡ ਕਰਤਾ ਕੌਂਸਟੀਟਿਊਸ਼ਨ। ਤਾਂ ਇਸ ਨਾਲ ਆਪਾਂ ਕਹਿ ਸਕਦੇ ਹਾਂ ਕਿ ਬੋਥ A ਐਂਡ B ਇਜ਼ ਦਾ ਰਾਈਟ ਆਨਸਰ। ਨੈਕਸਟ ਕੁਐਸਚਨ ਦੀ ਗੱਲ ਕਰਦੇ ਹਾਂ, ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਕਰੈਕਟ ਅਬਾਊਟ ਨਿਸਾਰ। ਨਿਸਾਰ ਬਾਰੇ ਕਿਹੜੀ ਸਟੇਟਮੈਂਟ ਸਹੀ ਹੈ? ਪਹਿਲੀ ਗੱਲ ਤਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਨਿਸਾਰ ਹੈ ਕੀ ਹੈ। ਇਹ ਕੀ ਹੈ ਜੀ? ਇੱਕ ਜੁਆਇੰਟ ਅਰਥ ਆਬਜ਼ਰਵਿੰਗ ਮਿਸ਼ਨ ਹੈ ਨਾਸਾ ਅਤੇ ਇਸਰੋ ਦਾ। ਆ ਜਿਹੜਾ N ਹੈ ਆ ਨਾਸਾ ਲਈ ਹੈ, ਜਿਹੜਾ I ਹੈ ਇਸਰੋ ਲਈ ਹੈਗਾ, ਅਤੇ ZAR ਹੈਗਾ SAR। ਤਾਂ ਪਹਿਲੀ ਸਟੇਟਮੈਂਟ ਤਾਂ ਬਿਲਕੁਲ ਸਹੀ ਹੋ ਜਾਂਦੀ ਹੈ ਜੀ। ਸੈਕਿੰਡ ਗੱਲ ਮੈਂ ਉਹੀ ਫਿਰ ਨਾਸਾ ਇਸਰੋ ਸਾਰ ਉਹੀ ਪੁੱਛ ਲਿਆ ਜੀ, ਸ਼ੋਰਟ ਫੋਰਮ ਹੈ, ਦੈਟ ਮੀਨਸ ਸੈਕਿੰਡ ਵੀ ਸਹੀ ਹੈ। ਥਰਡ ਕਹਿ ਰਿਹਾ ਨਿਸਾਰ ਮਿਸ਼ਨ ਸ਼ਡਿਊਲ ਟੂ ਲਾਂਚ ਇਨ 2025, ਯਾਨੀ ਕਿ 2025 ਦੇ ਵਿੱਚ ਲਾਂਚ ਹੋਊਗਾ, ਜੋ ਕਿ ਬਿਲਕੁਲ ਗਲਤ ਸਟੇਟਮੈਂਟ ਹੈ। ਇਹ ਲਾਂਚ ਹੋਣਾ ਹੈਗਾ ਜੀ 2023 ਦੇ ਵਿੱਚ, ਅਤੇ ਇੰਡੀਆ 'ਚੋਂ ਹੀ ਲਾਂਚ ਹੋਊਗਾ, ਕਿਉਂਕਿ ਨਾਸਾ ਅਮਰੀਕਾ ਦਾ, ਆਪਾਂ ਨੂੰ ਪਤਾ ਇਸਰੋ ਇੰਡੀਆ ਦਾ, ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ। ਲਾਂਚ ਇਹਨਾਂ ਨੂੰ ਇੰਡੀਆ ਤੋਂ ਕੀਤਾ ਜਾਊਗਾ। ਤਾਂ ਥਰਡ ਸਟੇਟਮੈਂਟ ਜਿੱਥੇ ਕੱਟ ਦਿਓ ਜੀ, ਤਾਂ ਬਚਾ ਕੁਛ ਆਪਸ਼ਨ ਆਪਣੇ ਕੋਲ A ਰਹਿ ਗਿਆ, 1 and 2 ਓਨਲੀ। ਆ ਜਿਹੜਾ ਨਾਸਾ ਦਾ ਰੋਲ ਹੈ ਤੁਸੀਂ ਪੜ੍ਹ ਸਕਦੇ ਹੋ, ਅਤੇ ਜਿਹੜਾ ਇਸਰੋ ਦਾ ਰੋਲ ਹੈ ਉਹ ਆਪਾਂ ਥੱਲੇ ਦੇਖਣ ਦੇ ਵਿੱਚ ਪੜ੍ਹ ਲਵਾਂਗੇ। ਅਤੇ ਜੇਕਰ ਮੈਂ SAR ਦੀ ਫੁੱਲ ਫੋਰਮ ਪੁੱਛਾਂ ਤਾਂ ਉਹ ਹੋਊਗਾ ਜੀ ਸਿੰਥੈਟਿਕ ਆਰਪੇਚਰ ਰਾਡਾਰ। ਬੇਸਿਕਲੀ ਇਹ ਪਹਿਲਾਂ ਦੇ ਹੋਰ ਜਿਹੜੇ ਸੈਟੇਲਾਈਟ ਗਏ ਨੇ ਉਹਨਾਂ ਨਾਲੋਂ ਜ਼ਿਆਦਾ ਬੈਟਰ ਹੈ ਅਤੇ ਹਾਈ ਰੈਜ਼ੋਲਿਊਸ਼ਨ ਦੀ ਇਮੇਜ ਲਏਗਾ, ਅਤੇ ਜਿਹੜੇ ਵੀ ਡਿਜ਼ਾਸਟਰ ਆਉਣ ਵਾਲੇ ਨੇ ਉਹਨਾਂ ਬਾਰੇ ਐਕੂਰੇਟ ਜਾਣਕਾਰੀ ਦੇਵੇਗਾ। ਨੈਕਸਟ ਗੱਲ ਕਰਦੇ ਹਾਂ, ਹੂ ਹੈਵ ਬੀਨ ਅਪੋਇੰਟਡ ਵਾਈਸ ਪ੍ਰੈਜ਼ੀਡੈਂਟ ਆਫ ਬੀਜਿੰਗ ਬੇਸਡ ਏਸ਼ੀਅਨ ਇਨਫਰਾਸਟਰਕਚਰ ਇਨਵੈਸਟਮੈਂਟ ਬੈਂਕ। ਉਰਜੀਤ ਪਟੇਲ, ਮਾਰਕਸ ਪ੍ਰਾਇਡੋ ਟਰਾਇਜੋ, ਡੇਵਿਡ ਮੈਲਪਾਸ, ਕ੍ਰਿਸਟੀਨਾ ਜੋਰਜੀਆ। ਇਹ ਚਾਰੋਂ ਹੀ ਨਾਮ ਬਹੁਤ ਇੰਪੋਰਟੈਂਟ ਐਗਜ਼ਾਮ ਪੁਆਇੰਟ ਆਫ ਵਿਊ ਨਾਲ, ਕੀ ਕਰਕੇ ਆਪਾਂ ਦੇਖ ਲੈਂਦੇ ਹਾਂ। ਜਿਹੜਾ ਮਾਰਕੋਸ ਪ੍ਰਾਇਡੋ ਹੈ ਉਹ ਤਾਂ ਜੀ ਨੈਸ਼ਨਲ ਡਿਵੈਲਪਮੈਂਟ ਬੈਂਕ ਦਾ ਜਿਹੜਾ ਹੈਗਾ, ਨਿਊ ਡਿਵੈਲਪਮੈਂਟ ਬੈਂਕ ਦਾ ਕਰੰਟ ਪ੍ਰੈਜ਼ੀਡੈਂਟ ਹੈ। ਡੇਵਿਡ ਮੈਲਪਾਸ ਜਿਹੜੇ ਨੇ ਵਰਲਡ ਬੈਂਕ ਦੇ ਪ੍ਰੈਜ਼ੀਡੈਂਟ ਨੇ, ਅਤੇ ਕ੍ਰਿਸਟਲੀਨਾ ਜੋਰਜੀਆ ਜਿਹੜੀ ਉਹ IMF ਇੰਟਰਨੈਸ਼ਨਲ ਮੋਨੀਟਰੀ ਫੰਡ ਦੀ MD ਹੈ। ਤਾਂ ਇੱਕ ਨਾਮ ਰਹਿ ਗਿਆ ਜੀ, ਓਬਵੀਅਸ ਜੀ ਗੱਲ ਹੈ, ਉਰਜੀਤ ਪਟੇਲ ਜਿਹੜੇ ਆਪਣੇ RBI ਦੇ ਪਹਿਲਾਂ ਗਵਰਨਰ ਵੀ ਰਹਿ ਚੁੱਕੇ ਨੇ, ਇਹਨਾਂ ਨੂੰ ਹੀ AIIB ਦਾ ਵਾਈਸ ਪ੍ਰੈਜ਼ੀਡੈਂਟ ਨਿਯੁਕਤ ਕੀਤਾ ਗਿਆ। ਹੈੱਡਕੁਆਟਰ ਆਪਾਂ ਨੂੰ ਪਤਾ ਹੈ ਬੀਜਿੰਗ ਚਾਈਨਾ ਦੇ ਵਿੱਚ ਹੈ, ਅਤੇ ਇਹਦਾ ਆਪਰੇਸ਼ਨ 2016 ਦੇ ਵਿੱਚ ਸ਼ੁਰੂ ਹੋਇਆ ਸੀਗਾ। ਅਤੇ ਜਿਹੜੇ ਵੋਟਿੰਗ ਰਾਈਟਸ ਨੇ ਉਹ ਸਭ ਤੋਂ ਜ਼ਿਆਦਾ ਨੇ ਚਾਈਨਾ ਦੇ ਕੋਲ, ਕਿਉਂਕਿ ਲਾਰਜੈਸਟ ਸ਼ੇਅਰ ਹੋਲਡਰ ਰਹੀ ਹੈ 26% ਦੇ ਨਾਲ। ਉਹ ਤੋਂ ਬਾਅਦ ਆਉਂਦਾ ਹੈਗਾ ਇੰਡੀਆ 7.6%, ਫਿਰ ਰਸ਼ੀਆ, ਫਿਰ ਜਰਮਨੀ। ਨੈਕਸਟ ਗੱਲ ਕਰਦੇ ਹਾਂ ਇਹਨਾਂ ਵਿੱਚੋਂ ਕਿਹੜੀ ਸਟੇਟਮੈਂਟ ਜਿਹੜੀ ਹੈ ਟਰੂ ਹੈ। ਪਹਿਲੀ ਗੱਲ ਕਰ ਰਿਹਾ ਨੈਚੁਰਲ ਡਿਜ਼ਾਸਟਰ, ਯਾਨੀ ਕਿ ਨੈਚੁਰਲ ਡਿਜ਼ਾਸਟਰ ਜਿਹੜੇ ਹੁੰਦੇ ਨੇ, ਆਪਾਂ ਨੂੰ ਪਤਾ ਹੀ ਡਿਜ਼ਾਸਟਰ ਮਤਲਬ ਉਹੀ ਆਪਦਾ ਕਹਿੰਦੇ ਜਿਹਨੂੰ ਆਪਾਂ, ਜਿਵੇਂ ਭੂਕੰਪ ਆ ਗਿਆ, ਫਲੱਡ ਆ ਗਏ, ਸਾਈਕਲੋਨ ਆ ਗਿਆ। ਕੋਜ਼ ਮੈਕਸੀਮਮ ਡੈਮੇਜ ਇਨ ਡਿਵੈਲਪਿੰਗ ਕੰਟਰੀ। ਦੇਖੋ ਕੋਈ ਵੀ ਡਿਜ਼ਾਸਟਰ ਹੈਗਾ ਜੀ ਉਹ ਡੈਮੇਜ ਤਾਂ ਕਰਦਾ ਹੀ ਕਰਦਾ ਹੈਗਾ, ਭਾਵੇਂ ਡਿਵੈਲਪਡ ਕੰਟਰੀ ਹੋਵੇ, ਡਿਵੈਲਪਿੰਗ ਕੰਟਰੀ ਹੋਵੇ। ਹਾਂ, ਜੇਕਰ ਇੱਥੇ ਓਨਲੀ ਲਿਖਿਆ ਆ ਜਾਂਦਾ ਤਾਂ ਸਟੇਟਮੈਂਟ ਕੁਝ ਖਰਾਬ ਹੋ ਸਕਦੀ ਸੀਗੀ। ਹਾਲੇ ਤੱਕ ਆਪਾਂ ਕਹਿ ਸਕਦੇ ਹਾਂ ਕਿ ਸਟੇਟਮੈਂਟ ਸਹੀ ਹੈ। ਨੈਕਸਟ ਗੱਲ ਕਰ ਰਿਹਾ ਭੋਪਾਲ ਗੈਸ ਟ੍ਰੈਜਡੀ ਵਾਜ਼ ਏ ਮੈਨ ਮੇਡ। ਦੇਖੋ ਜੀ ਦੋ ਤਰ੍ਹਾਂ ਦੇ ਡਿਜ਼ਾਸਟਰ ਹੁੰਦੇ ਨੇ, ਇੱਕ ਮੈਨ ਮੇਡ ਹੁੰਦਾ, ਇੱਕ ਹੁੰਦਾ ਹੈ ਜੀ ਨੈਚੁਰਲੀ ਹੁੰਦਾ। ਜਿਵੇਂ ਸਾਈਕਲੋਨ ਆ ਕੇ ਨੈਚੁਰਲੀ ਹੋ ਗਿਆ। ਮੈਨ ਮੇਡ ਜਿਵੇਂ ਆਪਾਂ ਕਿਉਂ ਕਹੀਏ, ਕਿਉਂਕਿ ਇੱਥੇ ਗੈਸ ਲੀਕ ਹੋਈ ਸੀ, ਗੈਸ ਨੈਚੁਰਲੀ ਨਹੀਂ ਬਣੀ ਸੀਗੀ, ਉਹ ਮੈਨ ਮੇਡ ਸੀਗੀ। ਤਾਂ ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਮੈਂਟ ਸੈਕਸ਼ਨ ਦੇ ਅੰਦਰ ਕਿ ਭੋਪਾਲ ਗੈਸ ਜਿਹੜੀ ਟ੍ਰੈਜਡੀ ਹੋਈ ਸੀ ਉਹ ਕਿਹੜੇ ਈਅਰ 'ਚ ਹੋਈ ਸੀ ਅਤੇ ਕਿਹੜੀ ਗੈਸ ਲੀਕ ਹੋਈ ਸੀਗੀ? ਇਹ ਦੋਨੋਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਅੰਦਰ ਲਿਖ ਕੇ ਦੱਸਿਓ। ਦੈਟ ਮੀਨਸ ਹੁਣ ਤੱਕ ਆਪਾਂ ਕਹਿ ਸਕਦੇ ਹਾਂ ਫਸਟ ਐਂਡ ਸੈਕਿੰਡ ਸਟੇਟਮੈਂਟ ਬਿਲਕੁਲ ਸਹੀ ਹੈ। ਥਰਡ ਗੱਲ ਕਰ ਰਿਹਾ ਇੰਡੀਆ ਜੇ ਡਿਜ਼ਾਸਟਰ ਫਰੀ ਕੰਟਰੀ। ਲੋ ਜੀ ਆਹ ਸਟੇਟਮੈਂਟ ਤਾਂ ਬਿਲਕੁਲ ਹੀ ਗਲਤ ਹੋਊਗੀ। ਇੰਡੀਆ ਡਿਜ਼ਾਸਟਰ ਫਰੀ ਕੰਟਰੀ ਕਦੋਂ ਤੋਂ ਹੋ ਗਿਆ? ਇੰਡੀਆ ਦੇ ਵਿੱਚ ਸਾਈਕਲੋਨ ਵੀ ਆਉਂਦੇ ਨੇ, ਫਲੱਡ ਵੀ ਆਉਂਦੇ ਨੇ, ਭੂਕੰਪ ਵੀ ਆਉਂਦਾ, ਤਾਂ ਡਿਜ਼ਾਸਟਰ ਫਰੀ ਕੰਟਰੀ ਦਾ ਆਪਾਂ ਕਹਿ ਹੀ ਨਹੀਂ ਸਕਦੇ। ਦੈਟ ਮੀਨਸ ਆਪਾਂ ਕਹਿ ਸਕਦੇ ਹਾਂ ਸਟੇਟਮੈਂਟ ਨੰਬਰ 3 ਬਿਲਕੁਲ ਗਲਤ ਹੈ। ਹੁਣ ਜਿੱਥੇ ਜਿੱਥੇ 3 ਹੈ ਉਹਨੂੰ ਕੱਟ ਦਿਓ,
ਆ ਵੀ ਕੱਟਿਆ ਗਿਆ, ਆ ਵੀ ਕੱਟਿਆ ਗਿਆ, ਆ ਵੀ ਕੱਟਿਆ ਗਿਆ, ਤਾਂ ਆਨਸਰ ਆਪਾਂ ਨੂੰ ਆ ਗਿਆ। ਮਤਲਬ ਜੇਕਰ ਆਪਾਂ ਨੂੰ ਮੈਂਗਰੂਵਸ ਬਾਰੇ ਨੌਲੇਜ ਨਹੀਂ ਹੈਗੀ, ਆਪਾਂ ਫਿਰ ਵੀ ਇਸ ਕੁਐਸਚਨ ਦਾ ਆਨਸਰ ਦੇ ਸਕਦੇ ਹਾਂ। ਸਟੇਟਮੈਂਟ ਬੇਸ ਕੁਐਸਚਨ ਦਾ ਨਾ ਆਹੀ ਫਾਇਦਾ ਹੁੰਦਾ, ਜੇਕਰ ਆਪਾਂ ਨੂੰ ਘੱਟ ਨੌਲੇਜ ਵੀ ਹੁੰਦੀ ਹੈ ਨਾ, ਐਲੀਮੀਨੇਸ਼ਨ ਮੈਥਡ ਯੂਜ਼ ਕਰਕੇ ਆਪਾਂ ਨੂੰ ਕਰ ਸਕਦੇ ਹਾਂ। ਤੇ ਆਹ ਸਟੇਟਮੈਂਟ ਬਿਲਕੁਲ ਸਹੀ ਹੈ, ਕਿਉਂਕਿ ਮੈਂਗਰੂਵਸ ਹੁੰਦੇ ਕੀ ਨੇ ਬੇਸਿਕਲੀ ਮੈਂ ਤੁਹਾਨੂੰ ਦੱਸਦਾ। ਕਿਸੇ ਵੀ ਨਦੀ ਜਾਂ ਦਰਿਆ ਦਾ ਜਿਹੜੇ ਕਿਨਾਰੇ ਹੁੰਦੇ ਨੇ ਨਾ, ਉੱਥੇ ਇੱਦਾਂ ਦੇ ਜਿਹੜੇ ਨੇ ਪਲਾਂਟਸ ਹੁੰਦੇ ਨੇ, ਉਹਨਾਂ ਨੂੰ ਆਪਾਂ ਮੈਂਗਰੂਵਸ ਕਹਿੰਦੇ ਹਾਂ। ਇਹ ਟ੍ਰੋਪੀਕਲ ਟਰੀ ਦੈਟ ਗਰੋਜ਼ ਵੈਟ ਗਰਾਊਂਡ ਐਟ ਦਾ ਐਜ ਆਫ ਰਿਵਰ, ਯਾਨੀ ਕਿ ਰਿਵਰ ਦੇ ਕਿਨਾਰੇ, ਤੇ ਜਿਹੜੀ ਇਹਦੀ ਰੂਟਸ ਹੁੰਦੀਆਂ ਨੇ ਨਾ, ਉਹ ਗਰਾਊਂਡ ਤੋਂ ਉੱਪਰ ਹੁੰਦੀਆਂ ਨੇ, ਯਾਨੀ ਕਿ ਜਿਹੜੀ ਜੜ੍ਹਾਂ ਹੁੰਦੀਆਂ ਨੇ ਨਾ, ਮਤਲਬ ਜ਼ਮੀਨ ਦੇ ਥੱਲੇ ਤਾਂ ਹੁੰਦੀਆਂ ਨੇ, ਉੱਪਰ ਵੀ ਹੁੰਦੀਆਂ ਨੇ। ਆਹ ਦੇਖੋ, ਤੁਸੀਂ ਦੇਖ ਸਕਦੇ ਹੋ, ਆਹ ਦੇਖੋ ਜੀ, ਆਹ ਜ਼ਮੀਨ ਤੋਂ ਉੱਪਰ ਇਹਦੀ ਜੜ੍ਹਾਂ ਨੇ। ਤਾਂ ਬੇਸਿਕਲੀ ਕਰਦੀ ਕੀ ਨੇ, ਹੁਣ ਇਹਦੇ ਨਾਲ ਹੋਊਗਾ ਕੀ, ਕਿਉਂਕਿ ਇਹਦੀ ਜਿਹੜੀ ਰੂਟਸ ਨੇ ਉਹ ਡੈਂਸ ਨੇ, ਤਾਂ ਕੀ ਕਰਨਗੀਆਂ, ਇਹ ਮਿੱਟੀ ਨੂੰ ਜ਼ਿਆਦਾ ਕੀ ਕਰਨਗੀ, ਬਾਈਂਡ ਕਰਨਗੀਆਂ। ਤੇ ਜਦੋਂ ਇਹ ਜਿਹੜੀ ਗਰਾਊਂਡ ਰੂਟ ਨੇ, ਜਿਹੜੀ ਧਰਤੀ ਤੋਂ ਉੱਪਰ ਨੇ, ਉਹ ਜਿਹੜੇ ਵਾਟਰ ਫਲੋ ਹੈ ਇਹਨੂੰ ਸਲੋ ਕਰਨਗੀਆਂ। ਤਾਂ ਇਹਦੇ ਕਰਕੇ ਕੀ ਹੋਊਗਾ ਜੀ, ਇਰੋਜ਼ਨ ਜਿਹੜਾ ਹੈਗਾ, ਮਿੱਟੀ ਜਿਹੜੀ ਪੱਟਦੀ ਹੈ, ਇਰੋਜ਼ਨ ਕਹਿੰਦੇ ਜਿਹਨੂੰ ਆਪਾਂ, ਉਹ ਘੱਟ ਹੋਊਗਾ। ਦੈਟ ਮੀਨਸ ਕੀ ਕਰਦੇ ਨੇ, ਇੰਪੈਕਟ ਨੂੰ ਘੱਟ ਕਰਦੇ ਨੇ, ਜੋ ਕਿ ਬਿਲਕੁਲ ਸਹੀ ਹੈ। ਤਾਂ ਆਪਾਂ ਕੀ ਕਹਿ ਸਕਦੇ ਹਾਂ, ਜਿਹੜਾ 1, 2 ਐਂਡ 4 ਹੈ ਉਹ ਬਿਲਕੁਲ ਸਹੀ ਹੈ, ਯਾਨੀ ਕਿ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਨੈਕਸਟ ਗੱਲ ਕਰਦੇ ਹਾਂ ਆਪਾਂ, ਡਿਸਟ੍ਰਿਕਟ ਗੁੱਡ ਗਵਰਨੈਂਸ ਇੰਡੈਕਸ ਹੈਜ਼ ਬੀਨ ਲਾਂਚਡ ਇਨ ਵਿਚ ਸਟੇਟ, ਯੂਟੀ। ਇੱਕ ਸਟੇਟ ਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਡਿਸਟ੍ਰਿਕਟ ਵਾਈਜ਼ ਹੀ ਗਵਰਨ ਹੁੰਦਾ ਹੈਗਾ ਰੂਲ, ਤਾਂ ਕਿਹੜੇ ਸਟੇਟ ਜਾਂ ਯੂਟੀ ਦੇ ਵਿੱਚ ਇਹਨੂੰ ਅਪਲਾਈ ਕੀਤਾ ਗਿਆ ਹੈਗਾ? ਇਹ ਅਪਲਾਈ ਕੀਤਾ ਗਿਆ ਜੀ ਜੰਮੂ ਐਂਡ ਕਸ਼ਮੀਰ ਦੇ ਅੰਦਰ। ਅਤੇ ਇੱਦਾਂ ਦਾ ਕਰਨ ਵਾਲੀ ਫਸਟ ਯੂਟੀ ਬਣਦੀ। ਆਪਾਂ ਨੂੰ ਪਤਾ ਹੈ ਕਿ ਜੰਮੂ ਕਸ਼ਮੀਰ ਹੁਣ ਯੂਨੀਅਨ ਟੈਰੇਟਰੀ ਹੋ ਗਈ ਹੈ, ਸਟੇਟ ਨਹੀਂ ਰਿਹਾ ਹੈ। ਅਤੇ ਇਹ ਜੰਮੂ ਐਂਡ ਕਸ਼ਮੀਰ ਦੇ 20 ਡਿਸਟ੍ਰਿਕਟ ਦੇ ਵਿੱਚ ਲਾਂਚ ਕੀ ਗਈ, ਟੋਪ ਕੀਤੀ ਕਿ ਨਹੀਂ ਕੀਤੀ, ਜੰਮੂ ਨੇ। ਯਾਨੀ ਕਿ ਜੰਮੂ ਜਿਹੜਾ ਡਿਸਟ੍ਰਿਕਟ ਹੈ ਉਹ ਇਸ ਗੁੱਡ ਗਵਰਨੈਂਸ ਦੇ ਇੰਡੈਕਸ ਦੇ ਵਿੱਚ ਟੋਪ ਦੇ ਵਿੱਚ ਰਿਹਾ, ਫੋਲੋਡ ਬਾਏ ਡੋਡਾ, ਸਾਂਬਾ, ਪੁਲਵਾਮਾ ਅਤੇ ਸ਼੍ਰੀਨਗਰ। ਯਾਨੀ ਕਿ 5ਵੇਂ ਨੰਬਰ 'ਤੇ ਸ਼੍ਰੀਨਗਰ ਆਇਆ, ਜੰਮੂ ਆਇਆ ਪਹਿਲੇ ਨੰਬਰ 'ਤੇ। ਨੈਕਸਟ ਗੱਲ ਕਰਦਾ, ਫਸਟ ਸਕਸੈਸਫੁਲ ਟ੍ਰਾਂਸਪਲਾਂਟ ਆਫ ਏ ਪਿਗ ਹਾਰਟ ਇਨਟੂ ਏ ਹਿਊਮਨ ਬੀਇੰਗ ਇਜ਼ ਡਨ ਇਨ ਵਿਚ ਕੰਟਰੀ। ਯਾਨੀ ਕਿ ਇੱਕ ਇਨਸਾਨ ਨੂੰ ਸੂਅਰ ਦਾ ਦਿਲ ਲਾਇਆ ਗਿਆ ਅਤੇ ਸਕਸੈਸਫੁਲ ਰਿਹਾ ਟ੍ਰਾਂਸਪਲਾਂਟ, ਤਾਂ ਕਿਹੜੀ ਕੰਟਰੀ ਦੇ ਵਿੱਚ ਕੀਤਾ ਗਿਆ? ਇਹ ਕੀਤਾ ਗਿਆ ਹੈਗਾ ਜੀ USA ਦੇ ਵਿੱਚ, ਆਪਸ਼ਨ ਨੰਬਰ A। ਹੁਣ ਇਹ ਜਿਹੜੀ ਡਿਟੇਲ ਨੇ ਉਹ ਆਪਾਂ ਦੇਖ ਲੈਂਦੇ ਹਾਂ, ਇਹ ਤੁਸੀਂ ਕੰਪਲੀਟ ਡਿਟੇਲ ਦੇ ਸਕਦੇ ਹੋ। ਹੁਣ ਇਹਦਾ ਮਤਲਬ ਆਹ ਨਹੀਂ ਹੋਇਆ ਕਿ ਵੀ ਪਿਗ ਦੇ ਦਿਲ ਕੱਢਿਆ ਗਿਆ ਅਤੇ ਡਾਇਰੈਕਟਲੀ ਹਿਊਮਨ ਦੇ ਵਿੱਚ ਪਾ ਦਿੱਤਾ ਗਿਆ, ਇੱਦਾਂ ਬਿਲਕੁਲ ਨਹੀਂ ਹੁੰਦਾ ਹੈਗਾ। ਕੁਛ ਨਾ ਕੁਛ ਤਾਂ ਜੀਨਸ ਜਿਹੜੇ ਨੇ ਉਹ ਮੋਡੀਫਾਈ ਕਰਨੇ ਪੈਂਦੇ ਨੇ, ਯਾਨੀ ਕਿ ਉਸ ਹਾਰਟ ਨੂੰ ਜੈਨੇਟਿਕਲੀ ਮੋਡੀਫਾਈ ਕੀਤਾ ਗਿਆ ਅਤੇ ਫਿਰ ਉਹਨੂੰ ਹਿਊਮਨ ਦੇ ਵਿੱਚ ਪਾਇਆ ਗਿਆ, ਅਤੇ ਇਹ ਜਿਹੜਾ ਸੀਗਾ ਸਕਸੈਸਫੁਲ ਰਿਹਾ। ਤਾਂ ਇਹ ਹੋਇਆ USA ਦੇ ਵਿੱਚ। ਨੈਕਸਟ ਗੱਲ ਕਰਦਾ, ਵਿਚ ਸਾਊਥ ਅਮਰੀਕਨ ਕੰਟਰੀ ਹੈਜ਼ ਫਰੇਮਡ ਏ ਕੌਨਸਟੀਟਿਊਸ਼ਨ ਕਨਵੈਨਸ਼ਨ ਟੂ ਰਾਈਟ ਏ ਨਿਊ ਕੌਨਸਟੀਟਿਊਸ਼ਨ ਟੂ ਟੈਕਲ ਕਲਾਈਮੇਟ ਐਂਡ ਈਕੋਲੋਜੀਕਲ ਐਮਰਜੈਂਸੀ। ਲਓ ਜੀ, ਕੁਐਸਚਨ ਪੜ੍ਹ ਕੇ ਤਾਂ ਸਮਝ ਹੀ ਨਹੀਂ ਆਇਆ ਕੀ ਕਹਿ ਗਿਆ। ਕਾਫੀ ਸਿੰਪਲ ਜੀ ਗੱਲ ਕਹਿ ਰਿਹਾ ਇਹ, ਕਿ ਕਿਹੜੇ ਸਾਊਥ ਅਮਰੀਕਨ ਕੰਟਰੀ ਨੇ ਕੌਨਸਟੀਟਿਊਸ਼ਨ ਫਰੇਮ ਕੀਤਾ ਹੈਗਾ ਕਿਸ ਚੀਜ਼ ਨੂੰ ਟੈਕਲ ਕਰਨ ਲਈ, ਕਲਾਈਮੇਟ ਐਂਡ ਈਕੋਲੋਜੀਕਲ ਐਮਰਜੈਂਸੀ। ਕਾਫੀ ਵਧੀਆ ਗੱਲ ਹੈ ਕਿ ਕਲਾਈਮੇਟ ਨੂੰ ਲੈ ਕੇ ਇਹਨਾਂ ਨੇ ਇੱਕ ਨਵਾਂ ਕੌਨਸਟੀਟਿਊਸ਼ਨ ਬਣਾਇਆ ਹੈਗਾ। ਕਿਹੜਾ ਦੇਸ਼ ਹੈ ਉਹ ਵੀ ਡਿਸਕਸ ਕਰ ਲਾਂਗੇ, ਲੇਕਿਨ ਉਹ ਤੋਂ ਪਹਿਲਾਂ ਇਹ ਗੱਲ ਬਿਲਕੁਲ ਸੱਚ ਹੈਗੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇੰਡੀਆ ਦੇ ਵਿੱਚ ਵੀ ਕੁਝ ਨਵੇਂ ਰੂਲ ਦੇਖਾਂਗੇ ਕਿ ਜਿਹੜੇ ਆਪਣੇ ਨੈਚੁਰਲ ਰਿਸੋਰਸਿਸ ਨੇ, ਜਿਹੜੀ ਚੀਜ਼ ਆਪਾਂ ਨੂੰ ਫਰੀ ਮਿਲਦੀਆਂ ਨੇ, ਸੂਰਜ ਫਰੀ ਮਿਲਦਾ, ਤੂੰ ਪਾਣੀ ਫਰੀ ਮਿਲਦਾ ਆਪਾਂ ਨੂੰ, ਤਾਂ ਆਪਾਂ ਸੋਚਦੇ ਹਾਂ ਕਿ ਵੀ ਜਿਸ ਤਰ੍ਹਾਂ ਮਰਜ਼ੀ ਆਪਾਂ ਯੂਜ਼ ਕਰ ਸਕਦੇ ਹਾਂ। ਲੇਕਿਨ ਆਪਾਂ ਨੂੰ ਇਹ ਵੀ ਪਤਾ ਹੈ ਕਿ ਜਿਹੜਾ ਗਰਾਊਂਡ ਲੈਵਲ ਵਾਟਰ ਹੈਗਾ, ਲੈਵਲ ਉਹਦਾ ਹੋਰ ਵੀ ਡੂੰਘਾ ਜਾਂਦਾ ਜਾ ਰਿਹਾ। ਮਤਲਬ ਆਉਣ ਵਾਲੇ 5-7 ਸਾਲਾਂ ਦੇ ਵਿੱਚ ਆਪਾਂ ਦੇਖਾਂਗੇ ਕਿ ਪਾਣੀ ਆਪਾਂ ਨੂੰ ਮਿਲਣਾ ਨਹੀਂ ਹੈਗਾ ਈਜ਼ੀਲੀ ਜਿੰਨਾ ਹੁਣ ਆਪਾਂ ਮਿਲ ਰਿਹਾ। ਤਾਂ ਇਹਨਾਂ ਚੀਜ਼ਾਂ ਦੀ ਆਪਾਂ ਨੂੰ ਵਰਤੋਂ ਜਿਹੜੀ ਹੈ ਹਿਸਾਬ ਨਾਲ ਹੀ ਕਰਨੀ ਚਾਹੀਦੀ ਹੈ, ਜਿਹਨੂੰ ਆਪਾਂ ਕਿ ਇੱਕ ਸਸਟੇਨੇਬਲ ਯੂਜ਼ ਕਹਿੰਦੇ ਹਾਂ, ਤਾਂ ਕਿ ਆਪਣੀ ਆਉਣ ਵਾਲੀ ਪੀੜ੍ਹੀ ਵੀ ਇਹਨਾਂ ਚੀਜ਼ਾਂ ਨੂੰ ਜਿਸ ਤਰ੍ਹਾਂ ਆਪਾਂ ਯੂਜ਼ ਕਰਦੇ ਹਾਂ ਉਸੇ ਤਰ੍ਹਾਂ ਹੀ ਉਹ ਯੂਜ਼ ਕਰਨ ਪਾਉਣ। ਅਦਰਵਾਈਜ਼ ਉਹ ਦਿਨ ਵੀ ਦੂਰ ਨਹੀਂ ਹੈਗਾ ਕਿ ਆਪਣੇ ਇੰਡੀਆ ਦੇ ਵਿੱਚ ਵੀ ਇੱਦਾਂ ਦੇ ਨਵੇਂ ਰੂਲਸ ਬਣਨਗੇ ਕਿ ਪਾਣੀ ਵੇਸਟ ਕੀਤਾ ਤਾਂ ਜੀ ਤੁਹਾਨੂੰ ਫਾਈਨ, ਮੋਟਾ ਫਾਈਨ ਪੇ ਕਰਨਾ ਪੈ ਰਿਹਾ। ਚਲੋ ਹੁਣ ਆਪਾਂ ਆਉਂਦੇ ਹਾਂ ਕੁਐਸਚਨ ਦੇ ਉੱਪਰ ਕਿ ਕਲਾਈਮੇਟ ਐਂਡ ਇਕੋਲੋਜੀ ਐਮਰਜੈਂਸੀ ਕਰਕੇ ਜਿਹੜਾ ਸਾਊਥ ਅਮਰੀਕਨ ਦੇਸ਼ ਹੈਗਾ ਚਾਈਲ, ਜਾਂ ਫਿਰ ਜਿਹਨੂੰ ਆਪਾਂ ਚਿੱਲੀ ਕਹਿੰਦੇ ਹਾਂ ਹਿੰਦੀ ਦੇ ਵਿੱਚ, ਉਹ ਨੇ ਇਹ ਨਵਾਂ ਕੌਨਸਟੀਟਿਊਸ਼ਨ ਬਣਾਇਆ ਹੈ। ਜੇ ਮੈਂ ਚਿੱਲੀ ਦੀ ਗੱਲ ਕਰਾਂ, ਉੱਥੇ ਦੀ ਨੈਸ਼ਨਲ ਲੈਂਗੁਏਜ ਜਿਹੜੀ ਹੈ ਸਪੈਨਿਸ਼ ਹੈ, ਅਤੇ ਇੱਕ ਹੈਗਾ ਜੀ ਉੱਥੇ ਵਰਲਡ ਦਾ ਲਾਰਜੈਸਟ ਕੋਪਰ ਟਾਊਨ ਜਿਹਦਾ ਨਾਮ ਹੈਗਾ ਚਿਕੂਟੀ ਮਾਟਾ। ਇਹ ਯਾਦ ਰੱਖਿਓ ਜੀ, ਇੰਪੋਰਟੈਂਟ ਹੈ, ਕਈ ਵਾਰ ਸਟੈਟਿਕ ਬੇਸ ਕੁਐਸਚਨ ਪੁੱਛਿਆ ਗਿਆ ਹੈ। ਅਤੇ ਇੱਕ ਬਹੁਤ ਹੀ ਫੇਮਸ ਡੈਜ਼ਰਟ ਹੈ ਜਿਹਦਾ ਨਾਮ ਹੈਗਾ ਅਟਾਕਾਮਾ ਡੈਜ਼ਰਟ। ਇਹ ਜਿਹੜਾ ਹੈਗਾ ਇੱਥੇ ਦਾ ਬਹੁਤ ਜ਼ਿਆਦਾ ਫੇਮਸ ਪੇਪਰਾਂ ਦੇ ਵਿੱਚ ਆਉਣ ਵਾਲਾ ਕੁਐਸਚਨ ਹੈ। ਜੇ ਹੁਣ ਆਪਾਂ ਜੋਗ੍ਰਾਫੀਕਲੀ ਦੇਖੀਏ ਤਾਂ ਇਹ ਸਾਊਥ ਅਮਰੀਕਾ ਦਾ ਕੰਟੀਨੈਂਟ ਹੈ ਜੀ। ਇਹ ਚੀਲ ਹੈਗਾ, ਇੱਥੇ ਤੁਸੀਂ ਅਰਜਨਟੀਨਾ, ਉਰਾਗਵੇ, ਪੈਰਾਗਵੇ, ਬ੍ਰਾਜ਼ੀਲ, ਬੋਲੀਵੀਆ, ਪੇਰੂ,
ਵੈਨੇਜ਼ੁਏਲਾ। ਤਾਂ ਇਹ ਕੰਟਰੀ ਨੇ ਇਕਵਾਡੋਰ ਆ ਗਿਆ। ਇਹ ਤੁਸੀਂ ਆਸ-ਪਾਸ ਦੇਖ ਸਕਦੇ ਹੋ ਕਿ ਇਹ ਸਾਊਥ ਅਮਰੀਕਨ ਕੰਟਰੀ ਨੇ, ਕਿ ਸਾਊਥ ਅਮਰੀਕਾ ਕੰਟੀਨੈਂਟ ਹੈ। ਨੈਕਸਟ ਕੁਐਸਚਨ ਗੱਲ ਕਰ ਰਿਹਾ, ਦਾ ਕਲਰ ਆਫ ਲਾਈਟ ਇਜ਼ ਡਿਟਰਮਾਈਨਡ ਬਾਈ ਇਟਸ। ਇਹ ਕਾਫੀ ਬੇਸਿਕ ਕੁਐਸਚਨ ਹੈ, ਤੇ ਮੈਂ ਫਸਟ ਵੀਡੀਓ ਦੇ ਵਿੱਚ ਹੀ ਸਮਝਾਇਆ ਸੀਗਾ ਰੈੱਡ ਲਾਈਟ ਵਾਲਾ ਕਨਸੈਪਟ ਵੀ, ਕਿ ਟ੍ਰੈਫਿਕ ਦੇ ਵਿੱਚ ਰੈੱਡ ਲਾਈਟ ਦੀ ਵਰਤੋਂ ਕਿਉਂ ਹੁੰਦੀ ਹੈਗੀ ਹੈ। ਤਾਂ ਇਸ ਕੁਐਸਚਨ ਦਾ ਆਨਸਰ ਨਾ ਮੈਂ ਨਹੀਂ ਦੇਵਾਂਗਾ, ਇਸ ਕੁਐਸਚਨ ਦਾ ਆਨਸਰ ਦੇਵੋਗੇ ਤੁਸੀਂ। ਸਹੀ ਦੇਵੋਗੇ ਤਾਂ ਵਧੀਆ ਗੱਲ ਹੈ ਜੀ, ਗਲਤ ਦੇਵੋਗੇ ਤਾਂ ਫਿਰ ਮੈਂ ਤਾਂ ਠੀਕ ਦੱਸਾਂਗਾ ਜੀ, ਲੇਕਿਨ ਹੁਣ ਨਹੀਂ ਦੱਸਾਂਗਾ, ਉਹ ਦੱਸਾਂਗਾ ਮੈਂ ਅਗਲੀ ਵੀਡੀਓ ਦੇ ਵਿੱਚ। ਤਾਂ ਉਦੋਂ ਤੱਕ ਤੁਹਾਨੂੰ ਇੰਤਜ਼ਾਰ ਕਰਨਾ ਪਏਗਾ ਆਪਣੇ ਪਾਰਟ 5 ਦਾ। ਉਮੀਦ ਹੈ ਮੈਂ ਜਲਦੀ ਲੈ ਕੇ ਆਵਾਂਗਾ, ਉਹ ਪਾਰਟ 1 ਜਾਂ 2 ਦਿਨਾਂ ਦੇ ਵਿੱਚ ਆ ਜਾਊਗਾ। ਜੇਕਰ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਹੋਵੇ ਤੇ ਤੁਹਾਨੂੰ ਸਮਝ ਆਇਆ ਹੋਵੇ ਤੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਨੌਲੇਜ ਦੇ ਵਿੱਚ ਵਾਧਾ ਹੋਇਆ, ਤਾਂ ਇੱਕ ਲਾਈਕ ਬਟਨ ਜ਼ਰੂਰ ਪ੍ਰੈਸ ਕਰਿਓ ਜੀ, ਤੇ ਸ਼ੇਅਰ ਵੀ ਕਰਿਓ ਤਾਂ ਕਿ ਹੋਰ ਬੱਚੇ ਆਪਣੇ ਨਾਲ ਜੁੜ ਪਾਉਣ। ਜੇ ਤੁਹਾਡੀ ਕੋਈ ਸੁਜੈਸ਼ਨ ਹੈ, ਤੁਹਾਡੀ ਸੁਜੈਸ਼ਨ ਦਾ ਪੂਰਾ ਵੈਲਕਮ ਹੈ ਜੀ, ਮੈਂ ਉਹਦੇ ਉੱਪਰ ਵਰਕ ਵੀ ਕਰਾਂਗਾ। ਤਾਂ ਥੈਂਕਸ ਫॉर ਵਾਚਿੰਗ। ਜਲਦੀ ਹੀ ਮਿਲਾਂਗੇ ਨਈ ਵੀਡੀਓ ਦੇ ਨਾਲ, ਉਦੋਂ ਤੱਕ ਜੈ ਹਿੰਦ।